श्री नानक पद पंकज बंदन पद पंकज बंदना सिमरो अंगद दोख निकंदना अमरदास गुर हृदय त्यावो हृदय त्यावो श्री गुरु रामदास गुण गावो श्री अर्जन विघ्नन के नाशक विघ्नन के नाशक हर गोविंद शुभ सुमत प्रकाशक श्री हर राय नमो कर जोरी नमो कर जोरी गुरु हर कृष्ण बनाए बहोरी तेग बहादुर परम कृपाला जी परम कृपाला श्री गुरु गोबिंद सिंह विसाला तरों तरा पर पुन पुन सीसा पुन पुन सीसा बंदों बार बार जगदीशा जिसमें अमृत ज्ञान है मानक भगत बैराग श्री गुरु ग्रंथ साहिब उदद बंदों कर अनुराग एक अंकारा सतगुरु तेह प्रसाद सत होए वाहिगुरु जी की फतेह विघ्न विनाशन सोए वाहिगुरु जी की फतेह विघ्न विनाशन सोए बांध मनोहर तोरण तूरन और उषाह संपूरन कीने जुग जुग अटल साहिब श्री गुरु ग्रंथ साहिब जी महाराज जी की पावन हजूरी अंदर हाजरियां भरे अत सत्कारयोग सत्संगी जनों दोवें हाथ जोड़ के फतेह प्रवान करो आखो जी वाहिगुरू जी का खालसा वाहिगुरू जी की फतेह। सतगुरां जी की कृपा के सदका असीं पिछले दीवाना अंदर इत्थों तक विचारा सरवण कर चुके हैं कि धन गुरु नानक साहिब जी महाराज जी के घर दे विच जदों पातशाह जी की उम्र 32 साल की हो जाती है तो उस समय घर दे विच वड्डे सपुत्र बाबा श्री चंद जी का जन्म होंदा है। बाबा श्री चंद जी अवतार धारण करते हैं तो इस तरह जदों समूह परिवार दे विच एक खुशियां का पता लगता है तो सारे जी रल मिल के खुशियां मनाते हैं। जदों बेबे नानकी जी नूं पता लगता है तो बेबे नानकी जी नूं जो खुशियां ने वो इंज प्रतीत होईयां भी जिवें कोई रोगी नूं अमृत मिल गया होवे, भाव रोगी नूं कोई इहो जी दवा मिल गई होवे भी उसके रोग कट्टे गए होण। तो इस तरह बेबे नानकी जी इंज खुशियां मना रहे हैं भी खुशियां का कोई ठिकाना नहीं रहा। इत्थों तक के प्रसंग दे विच असीं विचारां सरवण कर चुके हैं। आओ अगले विचारां की आरंभता करन तो पहला धन गुरु नानक साहिब जी महाराज जी के चरनां दे विच सिजदा करदे होए अपनी रसना तो उच्चारण करिए जी धन धन साहिब श्री गुरु नानक साहिब जी महाराज धन धन साहिब श्री गुरु नानक साहिब जी महाराज। बांध मनोहर तोरण तूरन और उषाहे संपूरन कीने। जिवें असीं पिछले दीवाना दे विच भी एक बार विचार साझे कीते सन कि आम तौर के उत्ते पिछले समय दे विच समय की घाट होने के कारण
ਜਾਂ ਸਾਧਨਾ ਦੀ ਘਾਟ ਹੋਣ ਦੇ ਕਾਰਨ ਕੁਝ ਚਿੰਨ੍ਹ ਮਿੱਥੇ ਗਏ ਹੁੰਦੇ ਸਨ, ਜਿਨ੍ਹਾਂ ਚਿੰਨ੍ਹਾਂ ਦੇ ਨਾਲ ਇਹ ਪਤਾ ਲੱਗ ਜਾਂਦਾ ਸੀ ਵੀ ਭਾਈ ਇਸ ਨਗਰ ਦੇ ਵਿੱਚ ਕੋਈ ਰੋਗੀ ਹੈ, ਜਾਂ ਇਸ ਨਗਰ ਦੇ ਵਿੱਚ ਕੋਈ ਖੁਸ਼ੀ ਦਾ ਕਾਰਜ ਹੈ ਜਾਂ ਗਮੀ ਦਾ ਕਾਰਜ ਹੈ। ਹੁਣ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਘਰ ਸੁਲਤਾਨਪੁਰ ਦੀ ਧਰਤੀ ਦੇ ਉੱਤੇ ਹੀ ਪੁੱਤਰ ਦਾ ਜਨਮ ਹੁੰਦਾ ਹੈ। ਜਦੋਂ ਪੁੱਤਰ ਦਾ ਜਨਮ ਹੁੰਦਾ ਹੈ ਤਾਂ ਕਵੀ ਜੀ ਸੰਤੋਖ ਸਿੰਘ ਜੀ ਚੂੜਾਮਣੀ ਜੀ ਆਖਦੇ ਨੇ, ਬਾਂਧ ਮਨੋਹਰ ਤੋਰਨ ਤੂਰਨ ਔਰ ਉਸ਼ਾਹੇ ਸੰਪੂਰਨ ਕੀਨੇ। ਕਹਿੰਦੇ ਉਸ ਸਮੇਂ ਵੀ ਸੁੰਦਰ ਪੱਤਰ ਭਰੋ ਕੇ ਨਾ, ਭਾਵ ਪੱਤੇ ਭਰੋ ਕੇ ਦਰਵਾਜ਼ੇ ਦੇ ਬਾਹਰ ਚੌਖਟ ਦੇ ਉੱਤੇ ਬੰਨੇ ਗਏ ਨੇ। ਤੇ ਇਸੇ ਤਰ੍ਹਾਂ ਕਹਿੰਦੇ ਸਾਰੇ ਸ਼ਗਨ ਜਿਹੜੇ ਨੇ ਉਹ ਸੰਪੂਰਨ ਕੀਤੇ ਗਏ ਨੇ। ਹੁਣ ਇਹ ਕੋਈ ਇਸ ਤਰ੍ਹਾਂ ਕਹਿ ਲਈ ਵੀ ਕੋਈ ਵਹਿਮ ਭਰਮ ਨਹੀਂ ਸੀ, ਇੱਕ ਸੰਕੇਤ ਸੀ ਵੀ ਹਾਂ ਭਈ ਇਸ ਘਰ ਦੇ ਵਿੱਚ ਖੁਸ਼ੀਆਂ ਭਰਿਆ ਮਾਹੌਲ ਹੈ। ਇਸ ਕਰਕੇ ਉਸ ਘਰ ਦੇ ਦਰਵਾਜ਼ੇ ਦੇ ਉੱਤੇ ਇਹ ਪੱਤਰੇ ਪਰੋ ਕੇ ਬੰਨੇ ਗਏ ਨੇ। ਅੱਜ ਵੀ ਅਸੀਂ ਪਿੰਡਾਂ ਦੇ ਵਿੱਚ ਜਾ ਕੇ ਦੇਖੀਏ ਨਾ, ਜਦੋਂ ਕਿਤੇ ਵਿਆਹ ਸ਼ਾਦੀ ਦਾ ਮੌਕਾ ਹੁੰਦਾ, ਜਦੋਂ ਨਾਨਕਾ ਮੇਲ ਆਉਂਦਾ ਤਾਂ ਨਾਨਕਾ ਮੇਲ ਵਾਲੇ ਨਾਲ ਕੁਝ ਨਿੰਮ ਦੇ ਪੱਤੇ ਲੈ ਕੇ ਆਉਂਦੇ ਨੇ, ਚੰਗਾ ਸਮਝਿਆ ਜਾਂਦਾ, ਸ਼ਗਨ ਸਮਝਿਆ ਜਾਂਦਾ। ਪਰ ਇਸ ਦੇ ਮਗਰ ਦਾ ਜੋ ਅਸੀਂ ਵਿਚਾਰ ਵੱਲ ਜਾਵਾਂਗੇ ਤਾਂ ਉਹ ਇਹ ਸੰਕੇਤ ਮਿਲਦਾ ਵੀ ਭਾਈ ਇਹ ਖੁਸ਼ੀ ਦੇ ਮੌਕੇ ਦੇ ਉੱਤੇ ਇਹ ਸੰਕੇਤ ਦਿੱਤਾ ਜਾਂਦਾ ਸੀ, ਤਾਂ ਕਰਕੇ ਇਹ ਘਰਾਂ ਦੇ ਦਰਵਾਜ਼ੇ ਦੇ ਉੱਤੇ ਇਹ ਪੱਤੇ ਬੰਨੇ ਜਾਂਦੇ ਸਨ। ਅੱਜ ਵੀ ਪਿੰਡਾਂ ਦੇ ਵਿੱਚ ਰਿਵਾਜ ਹੈ, ਜਿਸ ਦੇ ਘਰ ਦੇ ਵਿੱਚ ਕੋਈ ਬੱਚਾ ਜਨਮ ਲੈਂਦਾ ਹੈ ਨਾ, ਤਾਂ ਉਹਨਾਂ ਦੇ ਘਰ ਦੇ ਬਾਹਰ ਦਰਵਾਜ਼ੇ ਦੇ ਵਿੱਚ ਕੁਝ ਕੁ ਪੱਤੇ ਪਰੋ ਕੇ ਬੰਨ੍ਹ ਦਿੱਤੇ ਜਾਂਦੇ ਨੇ। ਇਹ ਸੰਕੇਤ ਦੀ ਨਿਸ਼ਾਨੀ ਹੈ, ਇਹ ਨਿਸ਼ਾਨ ਹੈ ਵੀ ਭਾਈ ਇਸ ਘਰ ਦੇ ਵਿੱਚ ਖੁਸ਼ੀਆਂ ਭਰਿਆ ਮਾਹੌਲ ਹੈ। ਇਸ ਤਰ੍ਹਾਂ ਕਹਿੰਦੇ ਵੀ ਸਾਰੇ ਜਿਹੜੇ ਸ਼ਗਨ ਨੇ ਉਹ ਕੀਤੇ ਗਏ ਹਨ। ਅੰਗਨ ਬਾਰ ਮੈਂ ਮੰਗਨ ਮੰਗਤ ਮੰਗਲ ਹੋਤੇ ਅਮੰਗਲ ਹੀਨੇ। ਅੰਗਣ ਦਾ ਭਾਵ ਹੈ ਵਿਹੜਾ, ਤੇ ਕਹਿੰਦੇ ਇਸੇ ਤਰ੍ਹਾਂ ਅੰਗਣ ਦੇ ਵਿੱਚ, ਵਿਹੜੇ ਦੇ ਵਿੱਚ, ਤੇ ਸਾਰੇ ਵਿਹੜੇ ਦੇ ਵਿੱਚ ਕਹਿੰਦੇ ਜਿੱਥੇ ਖੁਸ਼ੀਆਂ ਮਨਾਈਆਂ ਜਾ ਰਹੀਆਂ ਨੇ, ਤੇ ਇਸੇ ਤਰ੍ਹਾਂ ਕਹਿੰਦੇ ਵਿਹੜੇ ਦੇ ਦਰਵਾਜ਼ੇ ਦੇ ਉੱਤੇ ਅੰਗਣ ਬਾਰ, ਬਾਰ ਦਾ ਭਾਵ ਹੁੰਦਾ ਦਰਵਾਜ਼ਾ, ਮੰਗਣ ਮੰਗਤ, ਤੇ ਕਹਿੰਦੇ ਮੰਗਣ ਵਾਲੇ ਜਿਹੜੇ ਮੰਗਤੇ ਨੇ ਉਹ ਆਏ ਹੋਏ ਨੇ, ਮੰਗਣ ਦੇ ਵਾਸਤੇ ਆਏ ਹੋਏ ਨੇ। ਹੋਤ ਅਮੰਗਲ ਹੀ ਨੇ, ਮੰਗਲ ਹੋਤ ਅਮੰਗਲ ਹੀ ਨੇ। ਤੇ ਇਸੇ ਤਰ੍ਹਾਂ ਕਹਿੰਦੇ ਸਾਰੇ ਪਾਸੇ ਜਿਹੜਾ ਹੈ, ਜਿਹੜੇ ਭੈੜੇ ਕਰਮ ਸੀ ਉਹਨਾਂ ਦਾ ਨਾਸ਼ ਹੋਇਆ, ਭਾਵ ਅਮੰਗਲ ਦਾ ਨਾਸ਼ ਹੋ ਗਿਆ, ਤੇ ਸਾਰੇ ਪਾਸੇ ਹੀ ਹੁਣ ਖੁਸ਼ੀਆਂ ਭਰਿਆ ਮਾਹੌਲ ਜਿਹੜਾ ਹੈ ਉਹ ਬਣਿਆ ਹੋਇਆ ਹੈ। ਲੈ ਨਿਜ ਪਣ ਦਿਓ ਤਨ ਦਾਨ, ਸੋ ਨਾਨਕੀ ਭਾਗ ਵੱਡੇ ਸ਼ੁਭ ਚੀਨੇ। ਤੇ ਕਹਿੰਦੇ ਇਸੇ ਤਰ੍ਹਾਂ ਲੈ ਨਿਜ ਪਾਣ, ਪਾਣ ਦਾ ਭਾਵ ਹੁੰਦਾ ਹੱਥ, ਤੇ ਕਹਿੰਦੇ ਇਸੇ ਤਰ੍ਹਾਂ ਬੇਬੇ ਨਾਨਕੀ ਜੀ ਨੇ ਆਪਣੇ ਹੱਥਾਂ ਦੇ ਨਾਲ ਬਹੁਤ ਧਨ ਦਾ ਦਾਨ ਕੀਤਾ। ਤੇ ਕਹਿੰਦੇ ਬੇਬੇ ਨਾਨਕੀ ਜੀ ਇੰਝ ਖੁਸ਼ੀ ਮਨਾ ਰਹੇ ਨੇ, ਤੇ ਨਾਲ ਹੀ ਨਾਲ ਆਖਦੇ ਨੇ, ਕਹਿੰਦੇ ਮੇਰੇ ਬਹੁਤ ਵੱਡੇ ਭਾਗ ਹਨ। ਅੰਗਨ ਆਏ ਬਧਾਈ ਸੁਨਾਵਤ, ਜਾਵਿਦ ਹੋਤੇ ਆਨੰਦ ਨਵੀਨੇ। ਕਹਿੰਦੇ ਇਸਤਰੀਆਂ ਵਿਹੜੇ ਦੇ ਵਿੱਚ ਆ ਕੇ ਵਧਾਈਆਂ ਦਿੰਦੀਆਂ ਨੇ, ਸਾਰੇ ਹੀ ਖੁਸ਼ੀ ਦੇ ਗੀਤ ਗਾਉਂਦੇ ਨੇ। ਇਸੇ ਤਰ੍ਹਾਂ ਸਾਰੇ ਹੀ ਲੋਕ ਹੋਤ ਆਨੰਦ ਨਵੀਨੇ, ਭਾਵ ਸਾਰੇ ਹੀ ਆਨੰਦਿਤ ਹੋ ਗਏ ਨੇ, ਸਾਰਿਆਂ ਦੇ ਮਨ ਦੇ ਵਿੱਚ ਆਨੰਦ ਪੈਦਾ ਹੋਇਆ ਹੈ। ਪਾਲਤ ਤਾਤ ਦੁਲਾਰਤ ਮਾਤ ਨਾਵਤ, ਹਾਥਨ ਸੋ ਮਲ ਭਾਰੀ। ਤੇ ਬੇਬੇ ਸੁਲੱਖਣੀ ਜੀ ਆਪਣੇ ਪੁੱਤਰ ਨੂੰ ਆਪਣੇ ਹੱਥਾਂ ਦੇ ਵਿੱਚ ਲੈ ਕੇ ਬੜੇ ਲਾਡ ਪਿਆਰ ਦਿੰਦੇ ਨੇ, ਤੇ ਲਾਡ ਦੇ ਨਾਲ ਨਲਾਉਣਾ ਕਰਦੇ ਨੇ ਆਪਣੇ ਪੁੱਤਰ ਨੂੰ, ਆਪਣੇ ਪੁੱਤਰ ਦੇ ਸਰੀਰ ਨੂੰ ਸਾਫ਼ ਕਰਦੇ ਹਨ। ਆਨਨ ਆਰਨ ਜਾਤ ਨਿਹਾਰਤ, ਆਰਤ ਹਾਰ ਖੀਰੀ ਮੁਖ ਬਾਰੀ। ਇਸੇ ਤਰ੍ਹਾਂ ਉਸ ਸੋਹਣੇ ਲਾਲ ਦੇ ਕਮਲ ਰੂਪੀ ਮੁਖੜੇ ਨੂੰ ਸਾਰੀਆਂ ਇਸਤਰੀਆਂ ਦੇਖਦੀਆਂ ਨੇ, ਤੇ ਕਹਿੰਦੇ ਇੰਜ ਪ੍ਰਤੀਤ ਹੋ ਰਿਹਾ ਵੀ ਇਹਨਾਂ ਦੇ ਮੁਖੜੇ ਨੂੰ ਦੇਖਿਆ ਵੀ ਸਾਰਿਆਂ ਦੇ ਦੁੱਖੜੇ ਦੂਰ ਹੋ ਜਾਂਦੇ ਨੇ। ਇੰਜ ਉਸ ਲਾਲ ਦਾ ਮੁਖੜਾ ਜਿਹੜਾ ਹੈ ਸ਼ੋਭਾ ਪਾ ਰਿਹਾ ਹੈ। ਨਾਰ ਮੇ ਅੰਕ ਮੁਖੀ ਚਖ ਖੰਜਨ, ਅੰਕ ਲਡਾਵਤ ਜਾਵਤ ਵਾਰੀ। ਤੇ ਇਸ ਤਰ੍ਹਾਂ ਕਹਿੰਦੇ ਸਾਰੀਆਂ ਇਸਤਰੀਆਂ ਜਿੱਥੇ ਉਸ ਬਾਲਕ ਦੇ ਸੋਹਣੇ ਮੁਖੜੇ ਨੂੰ ਦੇਖਦੀਆਂ ਨੇ ਨਾ, ਮੋਹਿਤ ਹੋ ਜਾਂਦੀਆਂ ਨੇ, ਤੇ ਉਸ ਬਾਲਕ ਨੂੰ ਆਪਣੀ ਗੋਦੀ ਦੇ ਵਿੱਚ ਬਿਠਾ ਕੇ ਲਾਡ ਲਡਾਉਂਦੀਆਂ ਨੇ, ਗੋਦੀ ਦੇ ਵਿੱਚ ਬਿਠਾ ਕੇ ਵਾਰਨੇ ਜਾਂਦੀਆਂ ਹਨ।
ਆਸ਼ਿਕ ਦੇ ਮੁਖ ਸੋ ਸੁਖ ਪਾਏ, ਸੁਖਾਏ ਖਰੀ ਸੁਖ ਸੋ ਮਤ ਹਾਰੀ। ਤੇ ਇਸੇ ਤਰ੍ਹਾਂ ਕਹਿੰਦੇ ਆਪਣੀ ਗੋਦੀ ਦੇ ਵਿੱਚ ਬਿਠਾ ਕੇ ਜਿੱਥੇ ਉਸ ਬਾਲਕ ਤੋਂ ਬਲਿਹਾਰ ਜਾਂਦੀਆਂ ਨੇ ਨਾ, ਆਪਣੇ ਮੁਖ ਤੋਂ ਅਸੀਸਾਂ ਦਿੰਦੀਆਂ ਨੇ। ਤੇ ਇਸੇ ਤਰ੍ਹਾਂ ਕਹਿੰਦੇ ਮਾਤਾ ਜੀ ਵੀ ਖੁਸ਼ੀ ਦੇ ਨਾਲ ਬੱਚੇ ਨੂੰ ਆਪਣੀ ਗੋਦੀ ਦੇ ਵਿੱਚ ਲੈ ਕੇ ਖੜੇ ਬਹੁਤ ਹੀ ਚੰਗੇ ਲੱਗਦੇ ਹਨ। ਦੋਹਰਾ ਸਦਨ ਨਾਨਕੀ ਪਿਤਾ ਕੇ ਸੁਧ ਪਠੀ ਸੁਖ ਸਾਰ, ਸੁਨ ਕਰ ਪੋਤਰੇ ਜਨਮ ਕੀ ਹਰਖੇ ਹਿਰਦੇ ਅਪਾਰ। ਹੁਣ ਬੇਬੇ ਨਾਨਕੀ ਜੀ ਨੇ ਆਪਣੇ ਇੱਕ ਨੌਕਰ ਨੂੰ ਆਪਣੇ ਪਿਤਾ ਜੀ ਦੇ ਘਰ ਆਪਣੇ ਪੇਕੇ ਪਰਿਵਾਰ ਤਲਵੰਡੀ ਨਗਰ ਦੇ ਵਿੱਚ ਭੇਜਿਆ ਵੀ ਜਾ ਕੇ ਮੇਰੇ ਪਿਤਾ ਜੀ ਨੂੰ ਵੀ ਇਸ ਖੁਸ਼ੀ ਦੇ ਬਾਰੇ ਦੱਸਿਆ ਜਾਵੇ। ਤੇ ਜਦੋਂ ਫਿਰ ਤਲਵੰਡੀ ਨਗਰ ਦੇ ਵਿੱਚ ਉਹ ਸੇਵਕ ਨੇ ਜਾ ਕੇ ਖੁਸ਼ੀਆਂ ਭਰਿਆ ਸੁਨੇਹਾ ਦਿੱਤਾ ਨਾ, ਤਾਂ ਪੋਤਰੇ ਦੇ ਜਨਮ ਦੀ ਖਬਰ ਸੁਣ ਕੇ ਸਾਰੇ ਜਿਹੜੇ ਪਰਿਵਾਰ ਦੇ ਜੀ ਨੇ ਬਹੁਤ ਹੀ ਪ੍ਰਸੰਨ ਹੁੰਦੇ ਹਨ। ਸਵਿਆ ਕਨ ਘੋਰ ਸਿੱਖੀ ਅਰ ਬੰਦ ਪਿਖੇ, ਰੱਬ ਦਾਰਦ ਜਿਉ ਕਰ ਪਾਰਸ ਪਾਏ। ਕਨ ਘੋਰ ਸਿੱਖੀ ਦਾ ਭਾਵ ਕਹਿੰਦੇ ਜਿਵੇਂ ਮੋਰ ਬੱਦਲਾਂ ਨੂੰ ਗਰਜਦੇ ਸੁਣ ਕੇ ਖੁਸ਼ ਹੁੰਦੇ ਨੇ, ਤੇ ਨਾਲ ਹੀ ਅਰਬਿੰਦ ਪਿਖੇ ਰਬ, ਜਿਵੇਂ ਕਹਿੰਦੇ ਕਮਲ ਦਾ ਫੁੱਲ ਸੂਰਜ ਨੂੰ ਵੇਖ ਕੇ ਖਿੜ ਜਾਂਦਾ। ਦਾਰਦ ਜਿਉ ਕਰ ਪਾਰਸ ਪਾਏ, ਕਹਿੰਦੇ ਜਿਵੇਂ ਆਲਸੀ ਨੂੰ ਕੋਈ ਪਾਰਸ ਦਾ ਜਿਹੜਾ ਪੱਥਰ ਹੁੰਦਾ ਹੈ ਨਾ, ਆਲਸੀ ਨੂੰ ਉਹ ਮਿਲ ਜਾਏ। ਬਹੁ ਭੂਖੇ ਕੋ ਭੋਜਨ, ਤੋਏ ਤਿਖੰਤ ਕੋ ਸਾਧਕ, ਸਾਧਨ ਜਿਉ ਫਲ ਪਾਏ। ਬਹੁ ਭੁੱਖੇ ਕੋ ਭੋਜਨ, ਕਹਿੰਦੇ ਜਿਵੇਂ ਕਈ ਸਮੇਂ ਤੋਂ ਭੁੱਖੇ ਰਹਿਣ ਵਾਲੇ ਮਨੁੱਖ ਨੂੰ ਕੋਈ ਵਧੀਆ ਪਦਾਰਥ ਛਕਣ ਨੂੰ ਮਿਲ ਜਾਂਦੇ ਹੋਣ। ਹੋਏ ਤਿਖੰਤ ਕੋ, ਤੋਏ ਦਾ ਭਾਵ ਹੁੰਦਾ ਪਪੀਹਾ, ਤੋਏ ਦਾ ਭਾਵ ਹੁੰਦਾ ਪਿਆਸਾ। ਕਹਿੰਦੇ ਜਿਵੇਂ ਕੋਈ ਪਿਆਸੇ ਨੂੰ ਪਾਣੀ ਮਿਲ ਗਿਆ ਹੋਵੇ। ਸਾਧਕ ਸਾਧਨ ਜਿਉ ਫਲ ਪਾਏ, ਜਿਵੇਂ ਕੋਈ ਜਗਿਆਸੂ ਹੋਵੇ ਨਾ, ਜਿਸ ਨੂੰ ਗਿਆਨ ਹਾਸਲ ਕਰਨ ਦੀ ਲਾਲਸਾ ਹੋਵੇ, ਤੇ ਉਸ ਜਗਿਆਸੂ ਨੂੰ ਕਹਿੰਦੇ ਕੋਈ ਚੰਗਾ ਗੁਣ ਗਿਆਨ ਮਿਲ ਗਿਆ ਹੋਵੇ, ਸਾਧਨਾ ਦਾ ਫਲ ਪ੍ਰਾਪਤ ਹੋ ਗਿਆ ਹੋਵੇ। ਰਿਪੁਦੇਸ਼ ਲਹੇ ਨਿਰਪ ਚਾਤ੍ਰਿਕ, ਸਵਾਂਤ ਚ ਘੂਰ ਮਯੰਕ ਤੇ ਜਿਉ ਹੁਲ ਸਾਏ। ਰਿਪੁਦੇਸ਼ ਲਹੇ ਨਿਰਪ, ਕਹਿੰਦੇ ਜਿਵੇਂ ਰਾਜੇ ਨੂੰ ਕੋਈ ਵੈਰੀ ਦਾ ਦੇਸ਼ ਮਿਲ ਗਿਆ ਹੋਵੇ, ਭਾਵ ਰਾਜੇ ਨੇ ਕਿਸੇ ਆਪਣੇ ਦੁਸ਼ਮਣ ਦੇ ਦੇਸ਼ ਦੇ ਉੱਤੇ ਕਬਜ਼ਾ ਕਰ ਲਿਆ ਹੋਵੇ। ਜਦੋਂ ਉਸ ਸਮੇਂ ਦੀ ਖੁਸ਼ੀ ਹੁੰਦੀ, ਚਾਤ੍ਰਿਕ ਸਵਾਂਤ, ਕਹਿੰਦੇ ਜਿਵੇਂ ਪਪੀਹੇ ਨੂੰ ਇੱਕ ਸਵਾਂਤ ਬੂੰਦ ਮਿਲ ਜਾਵੇ ਨਾ, ਤਾਂ ਉਹ ਬੂੰਦ ਪ੍ਰਾਪਤ ਕਰਕੇ ਬਹੁਤ ਆਨੰਦਿਤ ਹੁੰਦਾ ਹੈ। ਤੇ ਜਿਵੇਂ ਕਹਿੰਦੇ ਚਕੋਰ ਚੰਦਰਮਾ ਨੂੰ ਦੇਖ ਕੇ ਬਹੁਤ ਖੁਸ਼ ਹੁੰਦੀ ਹੈ। ਤਿਵ ਪ੍ਰੋਤੋ ਕੋ ਜਨਮਿਓ ਸੁਨ ਕੈ ਮਨ, ਸ਼੍ਰੀ ਗੁਰ ਮਾਤ ਪਿਤਾ ਹਰਿ ਖਾਏ। ਤੇ ਇਸੇ ਤਰ੍ਹਾਂ ਕਿਵੇਂ ਕਹਿੰਦੇ ਜਿਵੇਂ ਬੱਦਲ ਗਰਜਦੇ ਨੇ ਤਾਂ ਮੋਰ ਖੁਸ਼ੀਆਂ ਮਨਾਉਂਦੇ ਨੇ, ਮੋਰ ਪਹਿਲਾਂ ਪਾਣ ਲੱਗ ਜਾਂਦੇ ਨੇ, ਤੇ ਸੂਰਜ ਨੂੰ ਦੇਖ ਕੇ ਫੁੱਲ ਵੀ ਖਿੜ ਉੱਠਦੇ ਨੇ। ਤੇ ਜਿਵੇਂ ਆਲਸੀ ਹੋਵੇ ਉਹਨੂੰ ਪਾਰਸ ਰੂਪੀ ਪੱਥਰ ਪ੍ਰਾਪਤ ਹੋ ਜਾਵੇ, ਭੁੱਖੇ ਨੂੰ ਭੋਜਨ ਮਿਲ ਜਾਵੇ, ਪਿਆਸੇ ਨੂੰ ਪਾਣੀ ਮਿਲ ਜਾਵੇ। ਤੇ ਇਸੇ ਤਰ੍ਹਾਂ ਕਹਿੰਦੇ ਜਿਵੇਂ ਰਾਜੇ ਨੂੰ ਬੈਰੀ ਦਾ ਦੇਸ਼ ਮਿਲ ਜਾਵੇ। ਤੇ ਇਹ ਸਾਰਾ ਕੁਝ ਦੇਖ ਕੇ ਜਿਹੜੇ ਲੋਕਾਂ ਨੂੰ ਜਿਹੜੀ ਚੀਜ਼ ਦੀ ਇੱਛਾ ਸੀ ਉਹ ਮਿਲ ਜਾਵੇ, ਖੁਸ਼ੀ ਮਹਿਸੂਸ ਕਰਦੇ ਨੇ ਨਾ। ਇਸੇ ਤਰ੍ਹਾਂ ਕਹਿੰਦੇ ਜਦੋਂ ਸਾਰੇ ਘਰ ਦੇ ਜੀਆਂ ਨੂੰ ਪਤਾ ਲੱਗਾ ਵੀ ਘਰ ਦੇ ਵਿੱਚ ਸਾਡੇ ਪੋਤਰੇ ਦਾ ਜਨਮ ਹੋਇਆ, ਤਾਂ ਸਾਰੇ ਦੇ ਲੋਕ ਜਿਹੜੇ ਨੇ ਉਹ ਖਬਰ ਸੁਣ ਕੇ ਬਹੁਤ ਖੁਸ਼ ਹੁੰਦੇ ਨੇ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਮਾਤਾ ਜੀ ਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਪਿਤਾ ਜੀ ਮਨ ਦੇ ਵਿੱਚ ਬਹੁਤ ਪ੍ਰਸੰਨ ਹੁੰਦੇ ਹਨ। ਤੋਟਕ ਛੰਦ ਚੱਲ ਆਵਤ ਪੇ ਸੁਲਤਾਨਪੁਰੇ, ਸੁਣ ਸ੍ਰੀ ਗੁਰੂ ਪਾਇਨ ਧਾਰ ਪਰੇ। ਤੇ ਸਾਰੇ ਜਾਣੇ ਹੁਣ ਚੱਲ ਕੇ ਸੁਲਤਾਨਪੁਰ ਦੀ ਧਰਤੀ ਦੇ ਉੱਤੇ ਪਹੁੰਚ ਗਏ ਨੇ। ਤੇ ਕਹਿੰਦੇ ਜਦੋਂ ਫਿਰ ਗੁਰੂ ਜੀ ਨੂੰ ਉਹਨਾਂ ਦੇ ਆਉਣ ਦੇ ਬਾਰੇ ਪਤਾ ਲੱਗਾ, ਤਾਂ ਕਹਿੰਦੇ ਉਹ ਭੱਜ ਕੇ ਜਾ ਕੇ ਆਪਣੇ ਮਾਤਾ ਪਿਤਾ ਦੇ ਪੈਰੀ ਪੈ ਗਏ ਹਨ। ਜਨਨੀ ਮਨ ਕੀਨ ਆਨੰਦ ਕਨਾ, ਸੁਤ ਪੈ ਕਰ ਫੇਰ ਦੁਲਾਰ ਸੁਨਾ। ਤੇ ਇਸੇ ਤਰ੍ਹਾਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਮਾਤਾ ਜੀ ਦੇ ਮਨ ਦੇ ਵਿੱਚ ਬੜੀਆਂ ਹੀ ਖੁਸ਼ੀਆਂ ਨੇ, ਬੜਾ ਹੀ ਚਾਉ ਪੈਦਾ ਹੋਇਆ। ਤੇ ਇਸੇ ਤਰ੍ਹਾਂ ਆਮ ਤੌਰ ਦੇ ਉੱਤੇ ਅੱਜ ਵੀ ਸਾਡੇ ਘਰਾਂ ਦੇ ਵਿੱਚ ਇਹ ਕਹਾਵਤਾਂ ਕਿਤੇ ਨਾ ਕਿਤੇ ਸਾਨੂੰ ਸੁਣਨ ਨੂੰ ਮਿਲ ਜਾਂਦੀਆਂ ਨੇ ਬਜ਼ੁਰਗਾਂ ਦੇ ਕੋਲੋਂ। ਕਹਿੰਦੇ ਮੂਲ ਦੇ ਨਾਲੋਂ ਵਿਆਜ ਜ਼ਿਆਦਾ ਪਿਆਰਾ ਹੁੰਦਾ, ਭਾਵ ਇੰਨਾ ਲਾਡ ਪਿਆਰ ਆਪਣੇ ਧੀਆਂ ਪੁੱਤਰਾਂ ਨਾਲ ਨਹੀਂ ਹੁੰਦਾ ਜਿੰਨਾ ਉਹ ਆਪਣੇ ਪੋਤਰਿਆਂ ਨੂੰ ਜਾਂ ਦੋਹਤਿਆਂ ਨੂੰ ਕਰਦੇ ਨੇ। ਤੇ ਇਸੇ ਤਰ੍ਹਾਂ ਕਹਿੰਦੇ ਹੁਣ ਮਾਤਾ ਜੀ ਦੇ ਮਨ ਦੇ ਵਿੱਚ
ਬੜੀਆਂ ਹੀ ਖੁਸ਼ੀਆਂ ਨੇ। ਹਿਰਦਾ ਬੜੀਆਂ ਖੁਸ਼ੀਆਂ ਦੇ ਨਾਲ ਭਰਿਆ ਪਿਆ ਤੇ ਸੁੱਤ ਪੈ ਕਰ ਫਿਰ ਦੁਲਾਰ ਸੁਣਾ। ਉਹਨਾਂ ਨੇ ਆਪਣੇ ਪੁੱਤਰ ਨੂੰ ਜਦੋਂ ਦੇਖਿਆ ਵੀ ਉਹ ਨਮਸਕਾਰ ਕਰ ਰਹੇ ਨੇ, ਡੰਡੋਤ ਕਰਦੇ ਨੇ, ਆਪਣੇ ਪੁੱਤਰ ਦੇ ਸਿਰ ਦੇ ਉੱਤੇ ਕਹਿੰਦੇ ਲਾਡ ਦੇ ਨਾਲ, ਪਿਆਰ ਦੇ ਨਾਲ ਹੱਥ ਫੇਰਿਆ ਤੇ ਆਸ਼ੀਰਵਾਦ ਦਿੱਤਾ ਹੈ। ਪਿਖ ਪ੍ਰੋਤੇ ਤੁੰਡ ਕੁਸ਼ੇਸ਼ਿਆ ਸਾ ਤਨ ਦੀਨਣ ਦੀਨ ਰੇਸ਼ਿਆ ਸਾ। ਤੇ ਇਸੇ ਤਰ੍ਹਾਂ ਕਹਿੰਦੇ ਹੁਣ ਜਦੋਂ ਮਾਤਾ ਜੀ ਨੇ ਆਪਣੇ ਪੋਤਰੇ ਦਾ ਕਮਲ ਵਰਗਾ ਮੁਖੜਾ ਵੇਖਿਆ ਨਾ, ਤੇ ਕਹਿੰਦੇ ਇੰਜ ਮਾਨੋ ਵੀ ਉਹਨਾਂ ਨੇ ਫਿਰ ਉਹ ਆਪਣੇ ਪੋਤਰੇ ਦਾ ਮੁਖੜਾ ਦੇਖ ਕੇ ਜਿਵੇਂ ਕੋਈ ਰਾਜਾ ਗਰੀਬ ਪ੍ਰਜਾ ਨੂੰ ਦਾਨ ਕਰਦਾ ਨਾ, ਇਸੇ ਤਰ੍ਹਾਂ ਉਹਨਾਂ ਨੇ ਗਰੀਬਾਂ ਨੂੰ ਧਨ ਦਾਨ ਦੇ ਵਿੱਚ ਦਿੱਤਾ। ਰਾਜਿਆਂ ਦੇ ਵਾਂਗ ਦਾਨ ਪੁੰਨ ਕੀਤਾ ਹੈ। ਤਨਿਆ ਮਿਲ ਤੋਖ ਤਿਖਾ ਤਰਖੀ ਜਲ ਮੇਲ ਮਿਲਾ ਸੁਖ ਸੋਹ ਰਖੀ। ਤੇ ਇਸੇ ਤਰ੍ਹਾਂ ਤਨਿਆ ਦਾ ਭਾਵ ਹੁੰਦਾ ਪੁੱਤਰੀ। ਫਿਰ ਮਾਤਾ ਜੀ ਆਪਣੀ ਪੁੱਤਰੀ ਬੇਬੇ ਨਾਨਕੀ ਜੀ ਨੂੰ ਮਿਲਦੇ ਨੇ ਤੇ ਬੇਬੇ ਨਾਨਕੀ ਜੀ ਨੂੰ ਮਿਲ ਕੇ ਬਹੁਤ ਖੁਸ਼ ਹੁੰਦੇ ਨੇ ਤੇ ਕਹਿੰਦੇ ਮੰਨ ਲਓ ਇੰਜ ਹੋਇਆ ਜਿਵੇਂ ਪਿਆਸ ਸਾਰੀ ਬੁਝ ਗਈ ਹੋਵੇ। ਤੇ ਇਸੇ ਤਰ੍ਹਾਂ ਬੜੀਆਂ ਹੀ ਖੁਸ਼ੀਆਂ ਮਨਾਈਆਂ ਜਾ ਰਹੀਆਂ ਹਨ। ਦੋਹਰਾ ਕਾਲੂ ਬਦਨ ਬਿਲੋਕ ਸੁਤ ਸਰਸੇ ਸਰਬ ਸਮਾਜ। ਹਰ ਕਦਕ ਉਰ ਮੈਂ ਧਰਿਓ ਭਲੇ ਚਲਾਇਓ ਕਾਜ। ਹੁਣ ਜਿਹੜੇ ਮਹਿਤਾ ਕਾਲੂ ਜੀ ਕਦੇ ਆਪਣੇ ਪੁੱਤਰ ਨੂੰ ਸਮਝਾਉਂਦੇ ਹੁੰਦੇ ਸਨ ਜਾਂ ਕਦੇ ਕਦਾਈ ਝਿੜਕ ਵੀ ਦਿੰਦੇ ਸਨ ਵੀ ਮੇਰਾ ਪੁੱਤਰ ਜਿਹੜਾ ਹੈ ਤੇ ਇਹ ਤਾਂ ਕਦੇ ਵੀ ਧਨ ਨੂੰ ਇਕੱਠਾ ਨਹੀਂ ਕਰ ਸਕਦਾ, ਇਹਨੇ ਅੱਜ ਤੱਕ ਧਨ ਦੀ ਬਰਬਾਦੀ ਕੀਤੀ ਹੈ, ਕਦੇ ਵੀ ਸਾਨੂੰ ਧਨ ਕਮਾ ਕੇ ਨਹੀਂ ਦਿੱਤਾ। ਅੱਜ ਜਦੋਂ ਉਹਨਾਂ ਦੇ ਘਰ ਦੇ ਵਿੱਚ ਪੋਤਰਾ ਖੇਡਣ ਵਾਲਾ ਹੋ ਗਿਆ ਨਾ, ਘਰ ਦੇ ਵਿੱਚ ਨਵਾਂ ਜੀਵ ਆਇਆ, ਤਾਂ ਸਾਰੇ ਪਾਸੇ ਮਹਿਤਾ ਕਾਲੂ ਜੀ ਇਹੀ ਆਖਦੇ ਨੇ ਵੀ ਮੇਰਾ ਪੁੱਤਰ ਬਹੁਤ ਚੰਗਾ ਹੈ। ਪੁੱਤਰ ਦਾ ਮੁਖੜਾ ਵੇਖ ਕੇ ਉਹ ਵੀ ਬਹੁਤ ਖੁਸ਼ ਹੁੰਦੇ ਨੇ, ਬੜੀਆਂ ਖੁਸ਼ੀਆਂ ਮਨਾਉਂਦੇ ਨੇ ਤੇ ਸਾਰੇ ਪਾਸੇ ਆਖਦੇ ਨੇ ਕਿ ਮੇਰੇ ਪੁੱਤਰ ਨੇ ਚੰਗਾ ਹੀ ਘਰ ਆਪਣਾ ਜਿਹੜਾ ਹੈ ਮੋਦੀ ਖਾਨੇ ਦਾ ਕਾਰੋਬਾਰ ਹੈ ਉਹ ਚੰਗੇ ਤਰੀਕੇ ਦੇ ਨਾਲ ਸੰਭਾਲਿਆ ਹੈ। ਮੁਝ ਤੇ ਅਦਕ ਕਮਾਏ ਕਰ ਸਰਬ ਪਦਾਰਥ ਕੀਨ। ਕੀਰਤ ਜਗ ਵਿਸਤ੍ਰਿਤ ਭੀ ਦੀਨਨ ਦਾਨਹਿ ਦੀਨ। ਤੇ ਸਾਰਿਆਂ ਨੂੰ ਆਖ ਕੇ ਸੁਣਾਉਂਦੇ ਨੇ ਜਿਹੜਾ ਮੇਰਾ ਪੁੱਤਰ ਹੈ ਨਾ ਨਾਨਕ, ਕਹਿੰਦੇ ਬੜੀ ਕਮਾਈ ਕਰਦਾ, ਮੇਰੇ ਨਾਲੋਂ ਵੱਧ ਕਮਾਉਂਦਾ ਧਨ, ਤੇ ਧਨ ਦੇ ਭੰਡਾਰੇ ਵੀ ਬੜੇ ਨੇ। ਕਹਿੰਦੇ ਸਾਰੇ ਜੱਗ ਦੇ ਵਿੱਚ ਉਹਨਾਂ ਦੀ ਇਹੀ ਕਿਰਤੀ ਫੈਲੀ ਹੋਈ, ਇਹੀ ਵਡਿਆਈਆਂ ਫੈਲੀਆਂ ਹੋਈਆਂ ਨੇ ਵੀ ਇਸ ਸਮਾਜ ਦੇ ਵਿੱਚ ਰਹਿਣ ਵਾਲੇ ਗਰੀਬਾਂ ਦੀ ਪੀੜਾ ਨੂੰ ਨਹੀਂ ਦੇਖ ਸਕਦੇ, ਦੁਖੀਆਂ ਦੀ ਪੀੜ ਨਹੀਂ ਸਹਾਰੀ ਜਾਂਦੀ। ਤੇ ਇਸੇ ਤਰ੍ਹਾਂ ਕਹਿੰਦੇ ਗਰੀਬਾਂ ਨੂੰ ਬਹੁਤ ਦਾਨ ਕਰਦੇ ਨੇ। ਮੇਰੇ ਪੁੱਤਰ ਦੀ ਘਰ ਘਰ ਦੇ ਵਿੱਚ ਇਸ ਗੱਲ ਤੋਂ ਵਡਿਆਈ ਹੋ ਰਹੀ, ਸਾਰੇ ਨਗਰ ਦੇ ਲੋਕ ਉਹਨਾਂ ਦਾ ਜਸ ਗਾਉਂਦੇ ਹਨ। ਤੋਟਕ ਛੰਦ ਰਹਿ ਕੇਤਕ ਬਾਸੁਰ ਮਾਤ ਪਿਤਾ ਮਿਲ ਕੇ ਸੁਤ ਪ੍ਰੋਤੇ ਕੀਨ ਗਤਾ। ਕਹਿੰਦੇ ਇਸੇ ਤਰ੍ਹਾਂ ਮਾਤਾ ਜੀ ਕੁਝ ਦਿਨ ਸੁਲਤਾਨਪੁਰ ਦੀ ਧਰਤੀ ਦੇ ਉੱਤੇ ਰਹੇ ਨੇ, ਆਪਣੇ ਪੁੱਤਰ ਤੇ ਪੋਤਰੇ ਨੂੰ ਮਿਲ ਕੇ ਫਿਰ ਸੁਲਤਾਨਪੁਰ ਦੀ ਧਰਤੀ ਤੋਂ ਕੁਝ ਦਿਨ ਰਹਿਣ ਤੋਂ ਬਾਅਦ ਤਲਵੰਡੀ ਨਗਰ ਨੂੰ ਚਾਲੇ ਪਾਏ ਗਏ ਹਨ। 1 ਸਾਲ ਪਿਓ ਸੁਤ ਕੇ ਜਨਮੇ ਮੁਖ ਹੇਰਤ ਮਾਤ ਖੁਸ਼ੀ ਮਨ ਮੈਂ। ਤੇ ਕਹਿੰਦੇ ਹੁਣ ਉਸ ਪੋਤਰੇ ਨੂੰ ਜਨਮ ਲਿਆ, 1 ਸਾਲ ਦਾ ਸਮਾਂ ਹੋ ਗਿਆ, ਭਾਵ 1 ਸਾਲ ਦਾ ਸਮਾਂ ਬੀਤ ਗਿਆ। ਤੇ ਫਿਰ ਕਹਿੰਦੇ ਮਾਤਾ ਜੀ ਨੇ ਜਦੋਂ ਆਪਣੇ ਬੱਚੇ ਦੇ ਸੁੰਦਰ ਮੁਖੜੇ ਨੂੰ ਵੇਖਿਆ ਨਾ, ਬੱਚੇ ਦੇ ਇਸ ਸੁੰਦਰ ਮੁਖੜੇ ਨੂੰ ਵੇਖ ਕੇ ਬੜੇ ਹੀ ਪ੍ਰਸੰਨ ਹੁੰਦੇ ਨੇ, ਬਹੁਤ ਹੀ ਖੁਸ਼ੀਆਂ ਮਨਾਈਆਂ ਗਈਆਂ ਹਨ। ਪਗਨੀ ਮਨ ਕੀ ਸਭ ਜਾਣ ਹਿਰਦੈ ਮੁਖ ਨਾਨਕ ਬੈਨ ਭਣੇ ਸੁਖ ਦੇ। ਤੇ ਇਸੇ ਤਰ੍ਹਾਂ ਹੁਣ ਘਰ ਦੇ ਵਿੱਚ ਬੇਬੇ ਨਾਨਕੀ ਜੀ ਵੀ ਗਾਹੇ ਬਗਾਹੇ ਆ ਜਾਂਦੇ ਨੇ, ਆਪਣੇ ਭਤੀਜੇ ਨੂੰ ਬੜਾ ਹੀ ਲਾਡ ਪਿਆਰ ਕਰਦੇ ਨੇ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜਿਹੜੇ ਸਾਰਿਆਂ ਦੀ ਦਿਲਾਂ ਦੀਆਂ ਜਾਣਨ ਵਾਲੇ ਨੇ, ਅੰਤਰਜਾਮੀ ਨੇ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਜਦੋਂ ਆਪਣੀ ਭੈਣ ਜੀ ਦੇ ਬਾਰੇ ਦੇਖਿਆ ਨਾ, ਤਾਂ ਮਨ ਦੇ ਵਿੱਚ ਸਾਰੀ ਗੱਲ ਸਮਝ ਬੈਠੇ ਸਨ ਕਿ ਮੇਰੇ ਪਿਆਰੇ ਭੈਣ ਜੀ ਦੇ ਮਨ ਦੇ ਵਿੱਚ ਕੀ ਵਿਚਾਰਾਂ ਚੱਲਦੀਆਂ ਨੇ। ਉਹ ਸਾਰੀ ਗੱਲ ਨੂੰ ਆਪਣੇ ਹਿਰਦੇ ਦੇ ਵਿੱਚ ਸਮਝ ਕੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਮੁਖ ਨਾਨਕ ਬੈਨ ਭਣੇ ਸੁਖ ਦੇ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਆਪਣੇ ਮੁਖੜੇ ਤੋਂ ਸੁਖਦਾਇਕ ਬਚਨ ਆਖੇ ਹਨ।
ਇੱਕ ਬਾਰ ਕਲੇ ਪ੍ਰਤਪਾਰ ਕਰੋ, ਤੁਮ ਆਨ ਵਿਚਾਰ ਕਛੂ ਨ ਤਰੋ। ਤੇ ਹੁਣ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸੁੱਖਾਂ ਭਰੇ ਬਚਨ ਆਖਦੇ ਨੇ ਆਪਣੇ ਮੁਖੜੇ ਤੋਂ, ਤੇ ਆਖਦੇ ਨੇ ਹੇ ਮੇਰੇ ਪਿਆਰੇ ਭੈਣ ਜੀ, ਤੁਸੀਂ ਇਸ ਬਾਲਕ ਨੂੰ ਲੈ ਲਵੋ। ਤੇ ਇਸੇ ਤਰ੍ਹਾਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਆਪਣੇ ਵੱਡੇ ਸਪੁੱਤਰ ਨੂੰ ਆਪਣੇ ਭੈਣ ਬੇਬੇ ਨਾਨਕੀ ਜੀ ਨੂੰ ਸੌਂਪਣਾ ਕੀਤਾ ਤੇ ਆਖਿਆ ਪਿਆਰੇ ਭੈਣ ਜੀ, ਤੁਸੀਂ ਇਸ ਬਾਲਕ ਦੀ ਸੰਭਾਲ ਕਰੋ, ਤੁਸੀਂ ਇਸ ਬਾਲਕ ਨੂੰ ਪਾਲਣਾ ਕਰੋ। ਤੁਸੀਂ ਕਹਿੰਦੇ ਆਪਣੇ ਹਿਰਦੇ ਦੇ ਵਿੱਚ ਹੋਰ ਕੋਈ ਵੀ ਵਿਚਾਰ ਨਹੀਂ ਕਰਨੀ, ਆਪਣੇ ਇਸ ਵੱਡੇ ਸਪੁੱਤਰ ਨੂੰ ਅਸੀਂ ਤੁਹਾਨੂੰ ਸੌਂਪਦੇ ਹਾਂ। ਸੁਣ ਕੇ ਹਰਖੀ ਸਰਸੀ ਉਰ ਮੈਂ ਪਵ ਰੰਕ ਮਦਾਰ ਪਇਓ ਕਰ ਮੈਂ। ਤੇ ਇਸੇ ਤਰ੍ਹਾਂ ਜਦੋਂ ਬੇਬੇ ਨਾਨਕੀ ਜੀ ਨੇ ਦੇਖਿਆ ਵੀ ਮੇਰੇ ਤਾਂ ਮਨ ਦੀ ਜਿਹੜੀ ਰੀਝ ਸੀ ਉਹ ਪੂਰੀ ਹੋ ਗਈ, ਜੋ ਮੇਰੇ ਮਨ ਦੀ ਵਿਚਾਰਧਾਰਾ ਸੀ ਮੇਰੇ ਵੱਡੇ ਵੀਰ ਨੇ, ਮੇਰੇ ਛੋਟੇ ਵੀਰ ਨੇ ਉਹ ਮੇਰੀ ਵਿਚਾਰ ਜਿਹੜੀ ਹੈ ਉਹ ਸੰਪੂਰਨ ਕੀਤੇ ਨੇ। ਤੇ ਕਿਉਂਕਿ ਅਸੀਂ ਪਹਿਲਾਂ ਵੀ ਪ੍ਰਸੰਗ ਦੇ ਵਿੱਚ ਸਰਵਣ ਕਰ ਚੁੱਕੇ ਹਾਂ, ਬੇਬੇ ਨਾਨਕੀ ਜੀ ਦੇ ਮਨ ਦੀ ਇੱਛਾ ਸੀ ਤੇ ਉਹ ਇੱਛਾ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਅੱਗੇ ਆਪਣੀ ਸਾਂਝੀ ਕੀਤੀ ਸੀ ਤੇ ਆਖਿਆ ਸੀ ਵੀ ਹੇ ਮੇਰੇ ਵੀਰ ਜੀ, ਮੇਰੇ ਮਨ ਦੇ ਵਿੱਚ ਇਹ ਇੱਛਾ ਵੀ ਤੁਹਾਡੇ ਘਰ ਦੇ ਵਿੱਚ ਲਾਲ ਹੋਵੇ ਤੇ ਮੈਂ ਉਸ ਲਾਲ ਨੂੰ ਆਪਣੀ ਗੋਦੀ ਦੇ ਵਿੱਚ ਬਿਠਾ ਕੇ ਖਿਡਾਵਾਂ, ਉਹਨੂੰ ਲੋਰੀਆਂ ਦੇਵਾਂ, ਉਹਨੂੰ ਲਾਡ ਪਿਆਰ ਬਖਸ਼ਾਂ। ਤੇ ਇਸੇ ਤਰ੍ਹਾਂ ਜਦੋਂ ਹੁਣ ਘਰ ਦੇ ਵਿੱਚ ਸਪੁੱਤਰ ਦਾ ਜਨਮ ਹੋਇਆ ਤਾਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਜਿੱਥੇ ਆਪਣੇ ਸਪੁੱਤਰ ਨੂੰ ਬੇਬੇ ਨਾਨਕੀ ਜੀ ਦੀ ਝੋਲੀ ਵਿੱਚ ਪਾਇਆ, ਤੇ ਇਸੇ ਤਰ੍ਹਾਂ ਬੇਬੇ ਨਾਨਕੀ ਜੀ ਨੇ ਜਦੋਂ ਆਪਣੇ ਵੀਰ ਦੀ ਇਹ ਗੱਲ ਸੁਣੀ ਤਾਂ ਹਿਰਦੇ ਦੇ ਵਿੱਚ ਕਹਿੰਦੇ ਬਹੁਤ ਪ੍ਰਸੰਨ ਹੁੰਦੇ ਨੇ। ਭਵ ਰੰਕ ਮਦਾਰ ਪਇਓ ਕਰ ਮੈਂ, ਕਹਿੰਦੇ ਇੰਜ ਪ੍ਰਤੀਤ ਹੋ ਰਿਹਾ ਵੀ ਜਿਵੇਂ ਕੋਈ ਜਨਮਾਂ ਦਾ ਕੰਗਾਲ ਹੋਵੇ, ਭਾਵ ਕਈ ਜਨਮਾਂ ਦਾ ਗਰੀਬ ਹੋਵੇ ਤੇ ਕਹਿੰਦੇ ਕਲਪ ਬ੍ਰਿਸ਼ ਉਹਨੂੰ ਮਿਲ ਗਿਆ ਹੋਵੇ। ਗਾਹੇ ਬਗਾਹੇ ਅਸੀਂ ਕਲਪ ਬ੍ਰਿਸ਼ ਦੇ ਬਾਰੇ ਵੀ ਵਿਚਾਰ ਕਰਦੇ ਹਾਂ, ਗੁਰਬਾਣੀ ਦੇ ਵਿੱਚ ਵੀ ਕੁਝ ਇੱਕ ਉਦਾਹਰਨਾਂ ਵਰਤੀਆਂ ਗਈਆਂ ਨੇ। ਮੰਨਿਆ ਜਾਂਦਾ ਇਤਿਹਾਸ ਦੇ ਅਨੁਸਾਰ ਕੁਝ ਕੁ ਇਹ ਤੱਥ ਮਿਲਦੇ ਨੇ, ਕਹਿੰਦੇ ਕੁਝ ਕੁ ਲੋਕਾਂ ਦਾ ਇਹ ਅਨੁਮਾਨ ਸੀ ਕਿ ਇੱਕ ਕਲਪ ਬ੍ਰਿਸ਼ ਹੈ ਤੇ ਲੋਕ ਉਸ ਦੀ ਪੂਜਾ ਵੀ ਕਰਦੇ ਸਨ ਤੇ ਆਖਿਆ ਜਾਂਦਾ ਸੀ ਵੀ ਉਸ ਰੁੱਖ ਦੇ ਹੇਠਾਂ ਕੋਈ ਵੀ ਵਿਅਕਤੀ ਖੜਾ ਹੋ ਕੇ ਜਿਹੋ ਜੀ ਮੰਗ ਮੰਗਦਾ ਸੀ ਨਾ, ਉਹਦੀ ਉਹ ਮੁਰਾਦ, ਉਹਦੀ ਉਹ ਮੰਗ ਪੂਰੀ ਹੋ ਜਾਂਦੀ ਸੀ। ਤੇ ਹੁਣ ਕਹਿੰਦੇ ਜਨਮਾਂ ਦੇ ਕੰਗਾਲ ਨੂੰ ਜਿਵੇਂ ਕਲਪ ਬ੍ਰਿਸ਼ ਮਿਲ ਗਿਆ ਹੋਵੇ, ਭਾਵ ਜਨਮਾਂ ਦਾ ਕੋਈ ਗਰੀਬ ਹੋਵੇ ਨਾ, ਉਹਨੂੰ ਸਾਰੀਆਂ ਇੱਛਾਵਾਂ ਉਹਦੀਆਂ ਸੰਪੂਰਨ ਕਰਨ ਵਾਲਾ ਕੋਈ ਚੀਜ਼ ਮਿਲ ਗਈ ਹੋਵੇ। ਤੇ ਇੰਜ ਕਹਿੰਦੇ ਬੇਬੇ ਨਾਨਕੀ ਜੀ ਬੜੇ ਹੀ ਪ੍ਰਸੰਨ ਹੋ ਰਹੇ ਨੇ, ਜਿਵੇਂ ਉਹਨਾਂ ਨੂੰ ਸਾਰੀਆਂ ਖੁਸ਼ੀਆਂ ਪ੍ਰਾਪਤ ਹੋ ਗਈਆਂ ਹੋਣ। ਮੁਖ ਕੰਜ ਬਿਲੋਕਤ ਲਾਲਤ ਹੈ, ਅਤਨੇ ਤਰੇ ਪ੍ਰਤਪਾਲਤ ਹੈ। ਇਸੇ ਤਰ੍ਹਾਂ ਕਹਿੰਦੇ ਬੇਬੇ ਨਾਨਕੀ ਜੀ ਸਾਹਿਬਜ਼ਾਦੇ ਦੇ ਕਹਿੰਦੇ ਕਮਲ ਵਰਗੇ ਮੁਖੜੇ ਨੂੰ ਵੇਖਦੇ ਨੇ, ਵਾਰ-ਵਾਰ ਵੇਖਦੇ ਨੇ, ਲਾਡ ਲੜਾਉਂਦੇ ਨੇ, ਪਿਆਰ ਕਰਦੇ ਨੇ ਅਤੇ ਬੜੇ ਹੀ ਪਿਆਰ ਸਤਿਕਾਰ ਦੇ ਨਾਲ ਉਸ ਬੱਚੇ ਦੀ ਪਾਲਣਾ ਕਰਦੇ ਹਨ। ਦੋਹਰਾ ਸ਼੍ਰੀ ਚੰਦ ਧਰ ਨਾਮ ਤੇ ਪਾਇਓ ਸੰਗ ਪਤੀਜ, ਔਰ ਆਨੰਦ ਬਹੁ ਨਾਨਕੀ ਸੋ ਦਰ ਲਖਿਓ ਪ੍ਰਸੀਜ। ਇਸੇ ਤਰ੍ਹਾਂ ਕਹਿੰਦੇ ਜੇ ਜਿਹੜਾ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਘਰ ਦੇ ਵਿੱਚ ਵੱਡੇ ਸਪੁੱਤਰ ਦਾ ਜਨਮ ਹੁੰਦਾ ਤੇ ਉਸ ਸਾਹਿਬਜ਼ਾਦੇ ਦਾ ਨਾਂ, ਉਸ ਸਾਹਿਬਜ਼ਾਦੇ ਦਾ ਨਾਂ ਬਾਬਾ ਸ਼੍ਰੀ ਚੰਦ ਜੀ ਰੱਖਿਆ ਗਿਆ। ਤੇ ਇਸੇ ਤਰ੍ਹਾਂ ਕਹਿੰਦੇ ਬੇਬੇ ਨਾਨਕੀ ਜੀ ਨੇ ਆਪਣੇ ਭਤੀਜੇ ਨੂੰ ਗੋਦੀ ਵਿੱਚ ਚੁੱਕਿਆ ਹੋਇਆ ਹੈ ਤੇ ਬੜਾ ਹੀ ਲਾਡ ਪਿਆਰ ਕਰਦੇ ਨੇ। ਔਰ ਆਨੰਦ ਬਹੁ ਨਾਨਕੀ ਸੋ ਦਰ ਲਖਿਓ ਪ੍ਰਸੀਜ। ਤੇ ਇਸੇ ਤਰ੍ਹਾਂ ਕਹਿੰਦੇ ਔਰ ਦਾ ਭਾਵ ਹੁੰਦਾ ਹਿਰਦਾ, ਤੇ ਕਹਿੰਦੇ ਬੇਬੇ ਨਾਨਕੀ ਜੀ ਦੇ ਹਿਰਦੇ ਦੇ ਵਿੱਚ ਬੜਾ ਹੀ ਆਨੰਦ ਪੈਦਾ ਹੋਇਆ, ਬੜਾ ਹੀ ਚਾਉ ਹੈ, ਬੜੀਆਂ ਖੁਸ਼ੀਆਂ ਮਨਾ ਰਹੇ ਨੇ। ਸੋ ਦਰ ਲਖਿਓ ਪ੍ਰਸੀਜ, ਜਦ ਉਸ ਨੂੰ ਵੇਖਦੇ ਨੇ ਤਾਂ ਇਸੇ ਤਰ੍ਹਾਂ ਕਹਿੰਦੇ ਬੜੇ ਹੀ ਖੁਸ਼ ਹੁੰਦੇ ਨੇ ਕਿ ਮੇਰੇ ਭਰਾ ਨੇ ਆਪਣੇ ਲਾੜ ਨੂੰ, ਆਪਣੇ ਜਿਗਰ ਦੇ ਟੋਟੇ ਨੂੰ ਮੈਨੂੰ ਸੌਂਪ ਦਿੱਤਾ ਹੈ। ਬੜੀਆਂ ਹੀ ਖੁਸ਼ੀਆਂ ਮਨਾਉਂਦੇ ਨੇ। ਇਸ ਪ੍ਰਸੰਗ ਦੇ ਵਿੱਚ ਅਸੀਂ ਇਹ ਵਿਚਾਰ ਸਰਵਣ ਕੀਤੇ ਨੇ। ਇਸ ਪ੍ਰਸੰਗ ਦਾ ਸਰਲੇਖ ਵੀ ਇਹੀ ਸੀ ਕਿ ਬਾਬਾ ਸ਼੍ਰੀ ਚੰਦ ਜੀ ਦਾ ਜਨਮ ਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਘਰ ਦੇ ਵਿੱਚ ਵੱਡੇ ਸਪੁੱਤਰ ਦਾ ਜਨਮ ਹੁੰਦਾ ਤੇ ਵੱਡਾ ਸਪੁੱਤਰ ਆਪਣੀ ਭੈਣ ਜੀ ਬੇਬੇ ਨਾਨਕੀ ਜੀ ਨੂੰ ਸੌਂਪਣਾ ਕਰਦੇ ਨੇ ਤੇ ਬੇਬੇ ਨਾਨਕੀ ਜੀ ਬੜੇ ਹੀ ਲਾਡ ਪਿਆਰ ਦੇ ਨਾਲ ਉਹਨਾਂ ਦੀ ਪਾਲਣਾ ਕਰਦੇ ਨੇ ਤੇ ਨਾਮ ਵੀ ਬਾਬਾ ਸ਼੍ਰੀ ਚੰਦ ਜੀ ਜਿਹੜਾ ਰੱਖਿਆ ਜਾਂਦਾ। ਕਈ ਵਾਰੀ ਇਤਿਹਾਸ ਦੇ ਵਿੱਚ ਅਸੀਂ ਕੁਝ ਕੁ ਤੱਥ ਇਹ ਵੀ ਪੜ੍ਹਦੇ ਹਾਂ ਜਾਂ ਸਾਨੂੰ ਸੁਣਨ ਨੂੰ ਮਿਲ ਜਾਂਦਾ, ਕੁਝ ਕੁ ਲੋਕਾਂ ਨੇ
ਜਾਂ ਕੁਝ ਕੁ ਵਿਚਾਰਵਾਨਾਂ ਨੇ ਆਪਣੇ ਵਿਚਾਰ ਇਹ ਵੀ ਰੱਖੇ ਸਨ ਵੀ ਸ਼੍ਰੀ ਚੰਦ ਜੀ ਆਪਣੇ ਪਿਤਾ ਤੋਂ ਬਾਗੀ ਹੋ ਗਏ ਸਨ, ਉਹਨਾਂ ਦੀ ਵਿਚਾਰ ਤੋਂ ਉਲਟ ਚੱਲਦੇ ਸਨ। ਪਰ ਕਿਸੇ ਮੱਤ ਤੱਕ, ਕਿਸੇ ਹੱਦ ਤੱਕ ਜਦੋਂ ਅਸੀਂ ਪੜ੍ਹਦੇ ਹਾਂ, ਇਤਿਹਾਸ ਦੀ ਖੋਜ ਕਰਦੇ ਹਾਂ, ਇਤਿਹਾਸ ਦੀ ਡੂੰਘਾਈ ਤੱਕ ਜਾਣ ਦਾ ਯਤਨ ਕਰਦੇ ਹਾਂ, ਤਾਂ ਕੁਝ ਕੁ ਵਿਦਵਾਨਾਂ ਨੇ ਇਹ ਵੀ ਵਿਚਾਰ ਰੱਖੇ ਸਨ ਕਿ ਬਾਬਾ ਸ਼੍ਰੀ ਚੰਦ ਜੀ ਦੀ ਜਿਹੜੀ ਵਿਰੋਧਤਾ ਸੀ ਉਹ ਉਨੇ ਸਮੇਂ ਤੱਕ ਸੀ। ਉਹਨਾਂ ਨੂੰ ਲੱਗਦਾ ਸੀ ਵੀ ਜਿਹੜੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਪਰੰਪਰਾ ਆਰੰਭ ਕੀਤੀ, ਜਿਹੜਾ ਨਿਰਮਲ ਪੰਥ ਚਲਾਇਆ ਨਾ, ਉਸ ਦੀ ਜਿਹੜੀ ਗੁਰਤਾ ਗੱਦੀ ਦਾ ਹੱਕ ਹੈ ਉਹ ਸਾਡਾ ਹੈ। ਪਰ ਬਾਅਦ ਦੇ ਵਿੱਚ ਜਦੋਂ ਮਾਤਾਵਾਂ ਨੇ ਸਮਝਾਉਣਾ ਕੀਤਾ, ਜਦੋਂ ਉਹਨਾਂ ਨੂੰ ਸਮਝ ਆਈ, ਤਾਂ ਉਹ ਵਿਰੋਧਤਾ ਭਾਈ ਲਹਿਣਾ ਜੀ ਤੋਂ ਜਿਹੜੇ ਗੁਰੂ ਅੰਗਦ ਥਾਪੇ ਗਏ ਸਨ, ਉਹਨਾਂ ਦੇ ਨਾਲ ਉਹ ਜਿਹੜੀ ਵਿਰੋਧਤਾ ਸੀ ਉਹ ਵੀ ਖਤਮ ਹੋ ਗਈ। ਅਸੀਂ ਇਤਿਹਾਸ ਦੇ ਵਿੱਚ ਸਾਖੀ ਵੀ ਸਰਵਣ ਕਰਦੇ ਹਾਂ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦੇ ਵੇਲੇ, ਜਦੋਂ ਬਾਬਾ ਸ਼੍ਰੀ ਚੰਦ ਜੀ ਚੱਲ ਕੇ ਆਉਂਦੇ ਨੇ ਤਾਂ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਉਹਨਾਂ ਨੂੰ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਸੁਪੁੱਤਰ ਕਰਕੇ ਜਾਣਦੇ ਨੇ ਤੇ ਉਹਨਾਂ ਦਾ ਆਦਰ ਸਤਿਕਾਰ ਵੀ ਕਰਦੇ ਨੇ, ਬੜਾ ਹੀ ਮਾਣ ਸਨਮਾਨ ਕਰਦੇ ਨੇ। ਤੇ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਦਾ ਸਮਾਂ ਆਉਂਦਾ, ਬਾਬਾ ਬੰਦਾ ਸਿੰਘ ਬਹਾਦਰ ਦੇ ਸਮੇਂ ਜਦੋਂ ਸਿੱਖਾਂ ਦੇ ਉੱਤੇ ਵਿਪਤਾ ਪੈਂਦੀ, ਸਿੱਖ ਜੰਗਲਾਂ ਦੇ ਵਿੱਚ ਜਾ ਕੇ ਆਪਣੇ ਗੁਜ਼ਾਰਾ ਕਰਦੇ ਨੇ, ਤੇ ਇਸੇ ਤਰ੍ਹਾਂ ਉਸ ਸਮੇਂ ਜਿਹੜੀ ਗੁਰਦੁਆਰਿਆਂ ਦੀ ਸੰਭਾਲ ਹੈ ਉਹ ਵੀ ਬਾਬਾ ਸ਼੍ਰੀ ਚੰਦ ਜੀ ਦਾ ਜਿਹੜਾ ਚੜਾਇਆ ਹੋਇਆ ਮਾਰਗ ਸੀ ਨਾ, ਜਿਨ੍ਹਾਂ ਨੂੰ ਉਦਾਸੀ ਮੱਤ ਵੀ ਕਹਿ ਦਿੰਦੇ ਆ, ਜਿਨ੍ਹਾਂ ਨੂੰ ਨਿਰਮਲੇ ਵੀ ਅਸੀਂ ਕਹਿ ਦਿੰਦੇ ਆ, ਤੇ ਉਹਨਾਂ ਸਾਰਿਆਂ ਨੇ ਰਲ ਮਿਲ ਕੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਕੀਤੀ ਸੀ। ਗੁਰਦੁਆਰਿਆਂ ਦਾ ਪ੍ਰਬੰਧ ਉਹਨਾਂ ਸਾਰਿਆਂ ਨੇ ਰਲ ਮਿਲ ਕੇ ਚਲਾਇਆ ਸੀ। ਅੱਜ ਵੀ ਤੁਸੀਂ ਦਰਬਾਰ ਸਾਹਿਬ ਦੇ ਉੱਤੇ ਦਰਸ਼ਨ ਮੇਲੇ ਕਰਨ ਜਾਵੋਗੇ ਤਾਂ ਤੁਹਾਨੂੰ ਅੰਮ੍ਰਿਤਸਰ ਸਾਹਿਬ ਜੀ ਦੀ ਧਰਤੀ ਦੇ ਉੱਤੇ ਵੀ ਨਿਰਮਲ ਅਖਾੜੇ ਦੇਖਣ ਨੂੰ ਮਿਲ ਜਾਣਗੇ। ਜਿਵੇਂ ਅਕਾਲ ਤਖਤ ਆਖਿਆ ਜਾਂਦਾ ਨਾ, ਅਕਾਲ ਤਖਤ ਦਾ ਪੁਰਾਤਨ ਨਾਮ ਸੀ ਅਕਾਲ ਬੁੰਗਾ। ਇਸੇ ਤਰ੍ਹਾਂ ਅਲੱਗ-ਅਲੱਗ ਬੁੰਗੇ ਬਣਾਏ ਗਏ ਸਨ, ਰਾਮਗੜੀਆ ਬੁੰਗਾ। ਇਹਨਾਂ ਬੁੰਗਿਆਂ ਦੇ ਵਿੱਚ ਧਾਰਮਿਕ ਵਿੱਦਿਆ ਦਿੱਤੀ ਜਾਂਦੀ ਸੀ, ਧਾਰਮਿਕ ਗ੍ਰੰਥਾਂ ਦੀ ਸਿਖਲਾਈ ਦਿੱਤੀ ਜਾਂਦੀ ਸੀ, ਤੇ ਉੱਥੇ ਨਿਰਮਲੇ ਭੇਗ, ਨਿਰਮਲੇ ਸਾਧਾਂ ਦਾ ਵੀ ਇੱਕ ਬੁੰਗਾ ਹੁੰਦਾ ਸੀ। ਉੱਥੋਂ ਵੀ ਜਿਹੜੇ ਵਿਦਵਾਨ ਸਨ ਉਹ ਵਿੱਦਿਆ ਹਾਸਲ ਕਰਕੇ, ਧਾਰਮਿਕ ਗ੍ਰੰਥਾਂ ਦੀ ਵਿੱਦਿਆ ਹਾਸਲ ਕਰਕੇ ਵਿਦਵਾਨ ਬਣਦੇ ਸਨ। ਬੜਾ ਹੀ ਅੱਜ ਵੀ ਸਾਡੇ ਪੰਥ ਦੇ ਵਿੱਚ ਇਹਨਾਂ ਦਾ ਸਤਿਕਾਰ ਕੀਤਾ ਜਾਂਦਾ। ਵੱਖ-ਵੱਖ ਵਿਚਾਰਵਾਨਾਂ ਦੇ ਆਪਣੇ ਆਪਣੇ ਵਿਚਾਰ ਨੇ, ਮਤਭੇਦ ਹੋ ਸਕਦੇ ਨੇ, ਪਰ ਅਸੀਂ ਗੁਰਬਾਣੀ ਦੀ ਕਸਵੱਟੀ ਦੇ ਅਨੁਸਾਰ ਜਿਹੜੇ ਵੀ ਪੱਖ ਸਾਡੇ ਜੀਵਨ ਦੇ ਵਿੱਚ ਆਉਂਦੇ ਨੇ ਜਾਂ ਜਿਹੜੇ ਵੀ ਇਤਿਹਾਸ ਦੇ ਪਾਤਰ ਨੇ, ਸਾਰੇ ਹੀ ਸਤਿਕਾਰਯੋਗ ਨੇ। ਇੰਨੀਆਂ ਕੁ ਵਿਚਾਰਾਂ ਪ੍ਰਵਾਨ ਕਰਨੀਆਂ। ਅਗਲੇਰੇ ਦੀਵਾਨਾਂ ਦੇ ਵਿੱਚ ਅਸੀਂ ਅਧਿਆਇ 27ਵੇਂ ਦੀ ਆਰੰਭਤਾ ਕਰਾਂਗੇ। ਇੱਥੇ 26ਵੇਂ ਅਧਿਆਇ ਦੀ ਸਮਾਪਤੀ ਹੈ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।